बिस्मिल्लाहिर्रहमानिर्रहीम या वदूद वसल्लि अला सय्यिदिना मुहम्मदिल व आलिहि व सहाबिहि इन्नका रहीमुम वदूद। अस्सलाम वालेकुम व रहमतुल्लाहि व बरकातुह। मैं तुहाडे सामने किस्सा सोही महिवाल पेश कर रहा। अगे तुहाडे सामने किस्सा सोही महिवाल दे 7 हिस्से जिहड़े ने उस पार्ट 7 जिहड़े ने वो तुहाडे सामने पेश कर दिते ने। अज तुहाडे सामने मैं किस्सा सोही महिवाल दा पार्ट 8 8वां हिस्सा तुहाडे सामने मैं पेश कर लगा। अगर पढ़न च कोई बयान करन च कोई कमी पेशी हो जाए तो मैं उहदे लई तुहाडे कोल पेशगी माफ़ी चाहना। 18वीं सदी में गुजरात के एक घुमियार अब्दुल्ला घुमियार दे गल एक बड़ी सोहनी धी जमदी है तो ਉਹਦੇ सोहने होण तो ਉਹਦਾ ਨਾਂ ਜਿਹੜਾ ਉਹ सोहनी रख लिया जाता है। ਜਦੋਂ सोहनी जवानी ਦੇ ਵਿੱਚ ਉਹ ਜਿਹੜੀ सोहनी है ਜਦੋਂ ਉਹ जवान ਹੁੰਦੀ है तो जवानी ਦੇ ਵਿੱਚ ਹੁਸਨ जमाल ਦੀ ਪੈਕਰ ਬਣ ਜਾਂਦੀ है। सोहनी ਆਪਣੇ ਵਾਲਦ ਦੀ ਤਰ੍ਹਾਂ ਮਿੱਟੀ ਦੇ ਦਿਲ ਨੂੰ ਨਜ਼ਰਾਂ ਨੂੰ ਭਾਣ ਵਾਲੇ ਭਾਂਡੇ ਬਣਾਉਂਦੀ ਹੈ ਤੇ ਉਹਨਾਂ ਦੀ ਵਿਕਰੀ ਕਰਦੀ ਹੈ ਤੇ ਆਪਣੇ ਜਿਹੜਾ ਪਿਓ ਦਾ ਉਹ ਪੂਰਾ ਹੱਥ ਵਟਾਉਂਦੀ ਹੈ, ਪੂਰਾ ਸਾਥ ਦਿੰਦੀ ਹੈ ਤੇ ਉਹਦੇ ਨਾਲ ਹੀ ਉਹਨਾਂ ਦੇ ਟੱਬਰ ਦਾ ਗੁਜ਼ਰ ਬਸਰ ਹੁੰਦਾ ਹੈ। सोहनी महिवाल ਜਿਹੜਾ सोहनी ਦਾ ਪਿਓ ਜਿਹੜਾ ਅਬਦੁੱਲਾ ਘੁਮਿਆਰ ਸੀ ਉਹਦੀ ਜਿਹੜੀ ਹੱਟੀ ਸੀ ਉਹ ਰਾਮ ਪਿਆਰੀ ਮਹਿਲ ਦੇ ਕੋਲ ਦਰਿਆ ਦੇ ਕੰਢੇ 'ਤੇ ਵਾਕਿਆ ਸੀ। सोहनी ਜਿਹੜੀ ਹੈ ਉਹ ਇਸ ਕਦਰ ਹਸੀਨ ਸੀ, ਉਹ ਐਡੀ ਸੋਹਣੀ ਸੀ ਕਿ ਉਹਦੇ ਹੁਸਨ ਦਾ ਜਿਹੜਾ ਚਰਚਾ ਉਹ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਇੱਜ਼ਤ ਬੇਗ ਜਿਹੜਾ ਮਹੀਵਾਲ ਹੈ, ਮਹੀਵਾਲ ਦਾ ਨਾਂ ਜਿਹੜਾ ਅਸਲ ਉਹ ਇੱਜ਼ਤ ਬੇਗ ਹੈ। ਇੱਜ਼ਤ ਬੇਗ ਇੱਕ ਬੁਹਾਰੇ ਦੇ ਮਿਰਜ਼ੇ ਦਾ ਪੁੱਤਰ ਸੀ। ਮਿਰਜ਼ੇ ਦਾ ਇੱਕ ਬੜਾ ਵੱਡਾ ਤਾਜਰ ਸੀ, ਬੜਾ ਮਾਲਦਾਰ ਬੰਦਾ ਸੀ ਤੇ ਉਹਦੇ ਔਲਾਦ ਨਹੀਂ ਸੀ ਹੈ। ਉਹਨੂੰ ਇੱਕ ਦਫਾ ਕਿਸੇ ਨੇ ਕਿਹਾ ਕਿ ਇੱਥੇ ਕਰੀਬ ਇੱਕ ਗਾਰ ਦੇ ਵਿੱਚ ਇੱਕ ਫਕੀਰ, ਇੱਕ ਅੱਲਾ ਦਾ ਬੰਦਾ ਆਇਆ ਤੇ ਤੂੰ ਅਗਰ ਕੋਈ ਜਾਏ ਉੱਥੇ ਹਾਜ਼ਰ ਹੋਏ ਤੇ ਉਹਨੂੰ ਦੁਆ ਵਾਸਤੇ ਕਵੇ ਤੇ ਅੱਲਾਹ ਤਾਲਾ ਤੈਨੂੰ ਜਿਹੜਾ ਉਹ ਔਲਾਦ ਦੇ ਦੇਗਾ। ਉਹ ਜਿਹੜਾ ਮਿਰਜ਼ਾ ਹੈ ਬੁਹਾਰੇ ਦਾ ਉਹ ਉਸ ਫਕੀਰ ਕੋਲ ਜਾਂਦਾ ਹੈ ਤੇ ਉਹਨੂੰ ਜਾ ਕੇ ਦੁਆ ਦੀ ਬੇਨਤੀ ਕਰਦਾ ਹੈ ਤੇ ਉਹ ਮਿਰਜ਼ੇ ਵਾਸਤੇ ਦੁਆ ਕਰਦਾ ਤੇ ਨਾਲ ਉਹਨੂੰ ਕਹਿੰਦਾ ਕਿ ਤੈਨੂੰ ਅੱਲਾਹ ਤਾਲਾ ਇੱਕ ਪੁੱਤਰ ਦੇਗਾ ਲੇਕਿਨ ਉਹ ਤੇਰੇ ਕੋਲ ਰਹੇਗਾ ਨਹੀਂ। ਉਹ ਜਦੋਂ ਜਵਾਨ ਹੋਏਗਾ ਉਹ ਤੇਰੇ ਕੋਲੋਂ ਦੂਰ ਚਲਾ ਜਾਏਗਾ। ਖੈਰ ਮਿਰਜ਼ਾ ਜਿਹੜਾ ਉਹ ਵਾਪਸ ਆਉਂਦਾ ਤੇ ਜਿਹੜਾ ਫਕੀਰ ਦੁਆ ਕਰਦਾ ਮਿਰਜ਼ੇ ਵਾਸਤੇ ਉਹਦੀ ਦੁਆ ਜਿਹੜੀ ਹੈ ਉਹ ਅੱਲਾਹ ਤਾਲਾ ਕਬੂਲ ਕਰਦਾ ਤੇ ਮਿਰਜ਼ੇ ਨੂੰ ਇੱਕ ਪੁੱਤਰ ਦਿੰਦਾ। ਮਿਰਜ਼ਾ ਜਿਹੜਾ ਉਹ ਆਪਣੇ ਪੁੱਤਰ ਦਾ ਨਾਂ ਇੱਜ਼ਤ ਬੇਗ ਰੱਖਦਾ। ਇੱਜ਼ਤ ਬੇਗ ਵੀ ਜਦੋਂ ਜਵਾਨ ਹੁੰਦਾ ਤਾਂ ਉਹ ਆਪਣੇ ਪਿਓ ਦੇ ਨਾਲ ਕਾਰੋਬਾਰ ਤੇ ਤਜਾਰਤ ਕਰਨੀ ਸ਼ੁਰੂ ਕਰ ਦਿੰਦਾ। ਇੱਕ ਦਿਨ ਉਹ ਆਪਣੇ ਪਿਓ ਨੂੰ ਕਹਿੰਦਾ ਕਿ ਮੈਂ ਦਿੱਲੀ ਜਾਣਾ ਚਾਹੁੰਦਾ ਤੇ ਉੱਥੇ ਜਾ ਕੇ ਕੁਝ ਮੈਂ ਖਰੀਦਾਂਗਾ ਤੇ ਕੁਝ ਵੇਚਾਂਗਾ। ਜਦੋਂ ਇਹ ਗੱਲ ਇੱਜ਼ਤ ਬੇਗ ਆਪਣੇ ਬਾਪ ਨੂੰ ਕਹਿੰਦਾ, ਆਪਣੇ ਪਿਓ ਨੂੰ ਕਹਿੰਦਾ ਤਾਂ ਉਹਦਾ ਪਿਓ ਪਰੇਸ਼ਾਨ ਹੋ ਜਾਂਦਾ। ਕਿਉਂ ਪਰੇਸ਼ਾਨ ਹੋ ਜਾਂਦਾ? ਕਿ ਉਹ ਇੱਜ਼ਤ ਬੇਗ ਨਾਲ ਬੜੀ ਮੁਹੱਬਤ ਕਰਦਾ ਸੀ, ਉਹਦਾ ਦਿਲ ਨਹੀਂ ਸੀ ਕਰਦਾ ਇੱਜ਼ਤ ਬੇਗ ਨੂੰ ਦਿੱਲੀ ਭੇਜਣ ਨੂੰ। ਲੇਕਿਨ ਇੱਜ਼ਤ ਬੇਗ ਦੀ ਖੁਸ਼ੀ ਵਾਸਤੇ ਜਿਹੜਾ ਇੱਜ਼ਤ ਬੇਗ ਦੇ ਮਾਈ ਤੇ ਪਿਓ ਜਿਹੜਾ ਉਹ ਉਹਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਦਿੰਦੇ। ਉਹਦੇ ਮਾਂ ਬਾਪ ਜਿਹੜੇ ਨੇ ਉਹ ਇੱਜ਼ਤ ਬੇਗ ਨੂੰ ਉੱਥੋਂ ਵਿਦਾ ਕਰਦੇ ਨੇ ਤੇ ਇੱਜ਼ਤ ਬੇਗ ਜਿਹੜਾ ਉਹ ਦਿੱਲੀ ਆਉਂਦਾ, ਉੱਥੇ ਫਿਰਦਾ ਟੁਰਦਾ, ਤਜਾਰਤ ਕਰਦਾ, ਕੁਝ ਖਰੀਦਦਾ, ਕੁਝ ਵੇਚਦਾ। ਉਸ ਤੋਂ ਬਾਅਦ ਜਿਹੜਾ ਇੱਜ਼ਤ ਬੇਗ ਹੈ ਉਹ ਲਾਹੌਰ ਜਾਂਦਾ, ਉੱਥੇ ਲਾਹੌਰ ਦੀ ਸੈਰ ਕਰਦਾ, ਉੱਥੇ ਫਿਰਦਾ ਟੁਰਦਾ, ਉੱਥੇ ਕਾਰੋਬਾਰ ਕਰਦਾ। ਉਸ ਤੋਂ ਬਾਅਦ ਜਿਹੜਾ ਉਹ ਇੱਜ਼ਤ ਬੇਗ ਹੈ ਉਹ ਗੁਜਰਾਤ ਪਹੁੰਚਦਾ। ਜਦੋਂ ਗੁਜਰਾਤ ਪਹੁੰਚਦਾ ਤੇ ਉੱਥੇ ਇੱਕ ਰੋਜ਼ ਇੱਜ਼ਤ ਬੇਗ ਭਾਂਡੇ ਖਰੀਦਣ ਵਾਸਤੇ ਅਬਦੁੱਲਾ ਘੁਮਿਆਰ ਦੇ ਘਰ ਜਾਂਦਾ। ਜਦੋਂ ਉੱਥੇ ਜਾਂਦਾ ਤੇ ਉੱਥੇ ਉਹਦੀ ਨਜ਼ਰ सोहनी ਤੇ ਪੈਂਦੀ ਹੈ ਤੇ सोहनी ਦੀ ਨਜ਼ਰ ਇੱਜ਼ਤ ਬੇਗ ਤੇ ਪੈਂਦੀ ਹੈ ਤੇ ਦੋਏ ਇੱਕ ਦੂਸਰੇ ਦੀ ਮੁਹੱਬਤ ਦੇ ਵਿੱਚ ਗੁੰਮ ਹੋ ਜਾਂਦੇ ਨੇ।
ਤੇ ਉਹਨਾਂ ਦੋਵਾਂ ਤੇ ਸਖਤਾ ਤਾਰੀ ਹੋ ਜਾਂਦਾ। ਇਹਦੇ ਬਾਅਦ ਇੱਜ਼ਤ ਬੇਗ ਦਾ ਰੋਜ਼ ਦਾ ਮਾਮੂਲ ਬਣ ਜਾਂਦਾ। ਰੋਜ਼ ਇੱਜ਼ਤ ਬੇਗ ਅਬਦੁੱਲਾ ਕਮਿਆਰ ਦੇ ਘਰ ਜਾਂਦਾ, ਉੱਥੋਂ ਭਾਂਡੇ ਖਰੀਦਦਾ ਤੇ ਮਜ਼ੀਦ ਭਾਂਡਿਆਂ ਦੀ ਮੰਗ ਕਰਦਾ, ਮਜ਼ੀਦ ਅੱਗੋਂ ਆਰਡਰ ਦਿੰਦਾ। ਫਿਰ ਅਗਲੇ ਦਿਨ ਜਾਂਦਾ, ਉੱਥੋਂ ਭਾਂਡੇ ਖਰੀਦਦਾ, ਨਾਲੇ ਸੋਹਣੀ ਦਾ ਦਰਸ਼ਨ ਤੇ ਦੀਦਾਰ ਕਰਦਾ ਤੇ ਅੱਗੋਂ ਮਜ਼ੀਦ ਭਾਂਡਿਆਂ ਦਾ ਆਰਡਰ ਦਿੰਦਾ, ਮਜ਼ੀਦ ਭਾਂਡਿਆਂ ਦੀ ਮੰਗ ਕਰਦਾ। ਇਹ ਸਿਲਸਿਲਾ ਚੱਲਦਾ ਰਹਿੰਦਾ। ਲੇਕਿਨ ਇਹ ਸਿਲਸਿਲਾ ਕਿੰਨੀ ਕੁ ਦੇਰ ਚੱਲਣਾ ਸੀ, ਇਹ ਇੱਕ ਵਕਤ ਆਉਂਦਾ ਕਿ ਇਹ ਸਿਲਸਿਲਾ ਖਤਮ ਹੋ ਜਾਂਦਾ। ਉਹਦੀ ਵਜ੍ਹਾ ਕੀ ਹੁੰਦੀ ਹੈ? ਉਹਦੀ ਵਜ੍ਹਾ ਇਹ ਹੋ ਜਾਂਦੀ ਹੈ ਕਿ ਮਹੀਵਾਲ ਦਾ ਜਿਹੜਾ ਜ਼ਿੰਦਗੀ ਦਾ ਮਕਸਦ ਹੈ ਉਹ ਸਿਰਫ ਸੋਹਣੀ ਦੀ ਮੁਹੱਬਤ ਹੀ ਰਹਿ ਜਾਂਦੀ ਹੈ। ਇੱਜ਼ਤ ਬੇਗ ਦਾ ਜਿਹੜਾ ਕਾਰੋਬਾਰ ਹੁੰਦਾ ਹੈ, ਉਹਦੇ ਸਾਥੀ ਜਿਹੜੇ ਨੇ ਉਹ ਉਹਨੂੰ ਛੱਡ ਕੇ ਵਾਪਸ ਬੁਹਾਰਾ ਚਲੇ ਜਾਂਦੇ ਨੇ ਤੇ ਇਹ ਜਿਹੜਾ ਇਹ ਆਪਣੇ ਕਾਰੋਬਾਰ ਤੋਂ ਤਵੱਜੋ ਬਿਲਕੁਲ ਖਤਮ ਕਰ ਦਿੰਦਾ ਤੇ ਇਹਦਾ ਕਾਰੋਬਾਰ ਵੀ ਬਿਲਕੁਲ ਖਤਮ ਹੋ ਜਾਂਦਾ। ਇਹ ਕਲਾਸ਼ ਹੋ ਜਾਂਦਾ, ਇਹ ਭੁੱਖਾ ਹੋ ਜਾਂਦਾ। ਇਹਦੇ ਕੋਲ ਬਿਲਕੁਲ ਇੱਕ ਧਿਰਮ ਨਹੀਂ ਰਹਿੰਦਾ। ਇਹਦੀ ਇਹ ਹਾਲਤ ਹੋ ਜਾਂਦੀ ਹੈ ਕਿ ਇਹ ਬੁਹਾਰਾ ਵਾਪਸ ਵੀ ਨਹੀਂ ਜਾ ਸਕਦਾ। ਬੁਹਾਰਾ ਵਾਪਸ ਜਾਣਾ ਤੇ ਬੜੀ ਦੂਰ ਦੀ ਗੱਲ ਸੀ। ਇਹ ਬੁਹਾਰਾ ਵਾਪਸ ਜਾਣ ਦੇ ਬਾਰੇ 'ਚ ਸੋਚ ਵੀ ਨਹੀਂ ਸੀ ਸਕਦਾ। ਇਹਨੇ ਫਿਰ ਇੱਕ ਦਿਨ ਜਿਹੜਾ ਇੱਜ਼ਤ ਬੇਗ ਹੈ, ਇਹ ਜਦੋਂ ਇੰਨਾ ਭੁੱਖਾ ਹੋ ਗਿਆ, ਇਹਦੀ ਹਾਲਤ ਇੰਨੀ ਪਤਲੀ ਹੋ ਗਈ ਤੇ ਇਹ ਇੱਕ ਦਿਨ ਅਬਦੁੱਲਾ ਕਮਿਆਰ ਤੇ ਜਾਂਦਾ ਤੇ ਉਹਨੂੰ ਬੇਨਤੀ ਕਰਦਾ ਕਿ ਮੇਰੀ ਜਿਹੜਾ ਉਹ ਇੱਕ ਕਹਾਣੀ ਬਣਾਉਂਦਾ ਕਿ ਮੇਰੇ ਜਿਹੜੇ ਭਾਂਡੇ ਸੀ, ਮੇਰੇ ਕੋਲ ਜਿਹੜਾ ਪੈਸਾ ਦਿਰਮੋ ਦੇ ਨਾਲ ਸਨ, ਉਹ ਕੋਈ ਚੋਰੀ ਕਰਕੇ ਲੈ ਗਿਆ, ਮੈਨੂੰ ਚੋਰ ਪੈ ਗਏ ਨੇ ਤੇ ਇਸ ਲਈ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਤੁਸੀਂ ਮੈਨੂੰ ਆਪਣੇ ਕੋਲ ਕਾਮਾ ਰੱਖ ਲਓ। ਮੈਨੂੰ ਤੁਸੀਂ ਕੋਈ ਵੀ ਕੰਮ ਕਹੋਗੇ ਉਹ ਮੈਂ ਤੁਹਾਡਾ ਕੰਮ ਕਰਾਂਗਾ। ਈਵਨ ਕਿ ਤੁਸੀਂ ਮੈਨੂੰ ਕੂੜਾ ਸੁੱਟਣ ਲਈ ਵੀ ਕਹੋਗੇ ਤੇ ਮੈਂ ਉਹ ਵੀ ਕਰਨ ਲਈ ਤਿਆਰ ਹਾਂ। ਅਬਦੁੱਲਾ ਕਮਿਆਰ ਨੂੰ ਵੀ ਅੰਦਰ ਬਾਹਰ ਦੇ ਕੰਮਾਂ ਲਈ ਇੱਕ ਕਾਮੇ ਦੀ ਲੋੜ ਸੀ ਤੇ ਉਹ ਇੱਜ਼ਤ ਬੇਗ ਦਾ ਜਿਹੜੀ ਬਿਨਤੀ ਹੈ ਉਹ ਮੰਨ ਲੈਂਦਾ ਤੇ ਉਹਨੂੰ ਜਿਹੜਾ ਉਹ ਆਪਣੇ ਕੋਲ ਕੰਮ ਰੱਖ ਲੈਂਦਾ। ਅਬਦੁੱਲਾ ਕਮਿਆਰ ਇੱਜ਼ਤ ਬੇਗ ਦੀ ਡਿਊਟੀ ਜਿਹੜੀ ਹੈ ਉਹ ਡੰਗਰ ਸਾਂਭਣ ਦੇ, ਮੱਝੀਆਂ ਚਰਾਉਣ ਤੇ ਲਾ ਦਿੰਦਾ। ਉਸ ਇਲਾਕੇ ਜਿਹੜਾ ਬੰਦਾ ਮੱਝੀਆਂ ਚਰਾਉਂਦਾ ਉਹਦਾ ਨਾਂ ਜਿਹੜਾ ਉਹ ਮਹੀਵਾਲ ਪੈ ਜਾਂਦਾ। ਇੱਜ਼ਤ ਮਹੀਵਾਲ ਜਿਹੜਾ ਉਹ ਸੂੜੀ ਦੇ ਘਰ ਦੇ ਕੋਲ ਹੀ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹ ਲੋਕ ਇੱਜ਼ਤ ਬੇਗ ਨੂੰ ਭੁੱਲ ਜਾਂਦੇ ਨੇ। ਬੁਹਾਰਾ ਦਾ ਇੱਕ ਤਾਜਰ ਇੱਜ਼ਤ ਬੇਗ ਬਿਲਕੁਲ ਲੋਕਾਂ ਨੂੰ ਭੁੱਲ ਜਾਂਦਾ ਤੇ ਦੂਰ ਦਰਾਜ਼ ਤੱਕ ਮਹੀਵਾਲ ਦੇ ਨਾਂ ਤੋਂ ਇੱਜ਼ਤ ਬੇਗ ਜਿਹੜਾ ਉਹ ਮਸ਼ਹੂਰ ਹੋ ਜਾਂਦਾ। ਇੱਜ਼ਤ ਬੇਗ ਰੋਜ਼ ਮੱਝੀਆਂ ਚਰਾਉਂਦਾ ਆਉਂਦਾ, ਉਹਦੀ ਰੋਜ਼ ਸੋਹਣੀ ਨਾਲ ਮੁਲਾਕਾਤ ਹੁੰਦੀ ਹੈ। ਉਹਨਾਂ ਦੀ ਮੁਹੱਬਤ ਜਿਹੜੀ ਵੱਧਦੀ ਜਾਂਦੀ ਹੈ। ਉਹਨਾਂ ਦੀ ਮੁਹੱਬਤ ਇਸ਼ਕ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਇਹਨਾਂ ਦੀ ਮੁਹੱਬਤ ਔਰ ਪਿਆਰ ਦੀ ਜਿਹੜੀ ਕਹਾਣੀ ਹੈ ਉਹ ਦਾਸਤਾਨ ਹੈ, ਉਹ ਦੂਰ ਦੂਰ ਤੱਕ ਫੈਲ ਜਾਂਦੀ ਹੈ। ਹੁਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸੋਹਣੀ ਤੇ ਮਹੀਵਾਲ ਜਿਹੜੀ ਮੁਹੱਬਤ ਹੈ ਉਹ ਦੂਰ ਦੂਰ ਤੱਕ ਫੈਲ ਜੇ ਤੇ ਉਹਦੇ ਮਾਂ ਤੇ ਉਹਦੇ ਪਿਓ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਸੋਹਣੀ ਦੇ ਬਾਪ ਅਬਦੁੱਲਾ ਕਮਿਆਰ ਤੇ ਉਹਨਾਂ ਦੀ ਮਾਂ ਨੂੰ ਵੀ ਸੋਹਣੀ ਤੇ ਮਹੀਵਾਲ ਦੀ ਮੁਹੱਬਤ ਦਾ ਪਤਾ ਲੱਗ ਜਾਂਦਾ ਹੈ ਤੇ ਉਹਦਾ ਬਾਪ ਸਭ ਤੋਂ ਪਹਿਲੇ ਮਹੀਵਾਲ ਨੂੰ ਫਾਰਗ ਕਰ ਦਿੰਦਾ। ਮਹੀਵਾਲ ਨੂੰ ਫਾਰਗ ਕਰ ਦਿੰਦਾ ਤੇ ਫੌਰੀ ਤੌਰ ਤੇ ਆਪਣੇ ਹੀ ਖਾਨਦਾਨ 'ਚ ਦਰਿਆ ਦੇ ਦੂਸਰੇ ਕਿਨਾਰੇ ਕਮਿਆਰ ਖਾਨਦਾਨ ਦੇ ਵਿੱਚ ਸੋਹਣੀ ਦੀ ਰਿਸ਼ਤਾ ਕਰਦਾ ਤੇ ਉਹਦੀ ਸ਼ਾਦੀ ਕਰ ਦਿੰਦਾ ਔਰ ਦਿਨਾਂ ਦੇ ਵਿੱਚ ਹੀ ਸੋਹਣੀ ਨੂੰ ਵਿਦਿਆ ਕਰ ਦਿੰਦੇ ਨੇ। ਸੋਹਣੀ ਜਿਹੜੀ ਹੈ ਉਹ ਵਿਦਿਆ ਹੋ ਕੇ ਤੇ ਦਰਿਆ ਦੇ ਦੂਸਰੇ ਕਿਨਾਰੇ ਚਲੀ ਜਾਂਦੀ ਹੈ ਤੇ ਮਹੀਵਾਲ ਜਿਹੜਾ ਉਹ ਦਰਿਆ ਦੇ ਇਸ ਕਿਨਾਰੇ ਤੇ ਰਹਿ ਜਾਂਦਾ। ਮਹੀਵਾਲ ਦਰਿਆ ਦੇ ਇਸ ਕਿਨਾਰੇ ਤੇ ਰਹਿੰਦਾ ਔਰ ਸੋਹਣੀ ਵਿਆਹ ਕੇ ਦਰਿਆ ਦੇ ਦੂਸਰੇ ਕਿਨਾਰੇ ਚਲੀ ਜਾਂਦੀ ਹੈ। ਸੋਹਣੀ ਜਿਹੜੀ ਹੈ ਉਹ ਆਪਣੀ ਮੁਹੱਬਤ ਦੀ ਤਸਕੀਰ ਲਈ ਮਹਿਬੂਬ ਨੂੰ ਮਿਲਣ ਵਾਸਤੇ ਇੱਕ ਤਰੀਕਾ ਇਜਾਦ ਕਰਦੀ ਹੈ, ਕਿਉਂਕਿ ਸੋਹਣੀ
ਭਾਂਡੇ ਬਣਾਉਣ ਦੀ, ਜ਼ਾਰੂਫ ਬਣਾਉਣ ਦੀ ਬੜੀ ਮਾਹਰ ਸੀ ਔਰ ਬੜੇ ਦਿਲ ਨੂੰ ਭਾ ਦੇਣ ਵਾਲੇ ਭਾਂਡੇ ਬਣਾਉਂਦੀ ਸੀ। ਉਹ ਆਪਣੀ ਮੁਹੱਬਤ ਤੇ ਆਪਣੀ ਮੁਹੱਬਤ ਦੀ ਤਸਕੀਰ ਵਾਸਤੇ ਜਿਹੜਾ ਇੱਕ ਤਰੀਕਾ ਇਜਾਦ ਕਰਦੀ ਹੈ, ਉਹ ਕਿਉਂਕਿ ਉਹਨੂੰ ਮਹੀਵਾਲ ਨੂੰ ਮਿਲਣ ਵਾਸਤੇ ਦਰਿਆ ਪਾਰ ਕਰਨਾ ਪੈਂਦਾ, ਉਹਦੇ ਵਾਸਤੇ ਉਹ ਇੱਕ ਘੜਾ ਤਿਆਰ ਕਰਦੀ ਹੈ। ਕਿਉਂਕਿ ਸੋਹਣੀ ਨੂੰ ਤਾਰੀ ਤਰਨੀ ਨਹੀਂ ਸੀ ਆਉਂਦੀ, ਉਹ ਇੱਕ ਘੜਾ ਤਿਆਰ ਕਰਦੀ ਹੈ ਅਤੇ ਉੱਥੇ ਕੱਖਾਂ ਦੇ ਵਿੱਚ ਦਰਿਆ ਦੇ ਕੋਲ ਉਸ ਘੜੇ ਨੂੰ ਛੁਪਾ ਦਿੰਦੀ ਹੈ। ਰੋਜ਼ ਰਾਤ ਨੂੰ ਉਸ ਘੜੇ ਦੀ ਮਦਦ ਦੇ ਨਾਲ ਸੋਹਣੀ ਜਿਹੜੀ ਹੈ ਉਹ ਦਰਿਆ ਪਾਰ ਕਰਦੀ ਹੈ ਅਤੇ ਜਾ ਕੇ ਮਹੀਵਾਲ ਨੂੰ ਮਿਲਦੀ ਹੈ। ਸੋਹਣੀ ਅਤੇ ਮਹੀਵਾਲ ਸਾਰੀ ਰਾਤ ਇੱਕ ਦੂਸਰੇ 'ਚ ਖੋਏ ਰਹਿੰਦੇ ਨੇ। ਸੁਬਾਹ ਦੀ ਸਫੇਦੀ ਹੋਣ ਤੋਂ ਪਹਿਲੇ ਸੋਹਣੀ ਜਿਹੜੀ ਹੈ ਉਹ ਵਾਪਸ ਆਪਣੇ ਘਰ ਆ ਜਾਂਦੀ ਹੈ। ਇਹ ਸਿਲਸਿਲਾ ਵੀ ਆਖਰ ਕਿੰਨੀ ਕੁ ਦੇਰ ਚੱਲਣਾ ਸੀ। ਇੱਕ ਦਿਨ ਸੋਹਣੀ ਜਦੋਂ ਮਹੀਵਾਲ ਨੂੰ ਮਿਲਣ ਵਾਸਤੇ ਘਰੋਂ ਨਿਕਲਦੀ ਹੈ ਅਤੇ ਉਹਦੀ ਨਦ ਦੀ ਅੱਖ ਖੁੱਲ੍ਹ ਜਾਂਦੀ ਹੈ। ਉਹਦੀ ਨਦ ਜਿਹੜੀ ਹੈ ਉਹ ਸੋਹਣੀ ਦਾ ਪਿੱਛਾ ਕਰਦੀ ਹੈ। ਉਹ ਦੇਖਦੀ ਹੈ ਕਿ ਸੋਹਣੀ ਉੱਥੋਂ ਕੱਖਾਂ ਦੇ ਵਿੱਚੋਂ ਘੜਾ ਕੱਢਦੀ ਹੈ ਅਤੇ ਉਹਦੀ ਮਦਦ ਨਾਲ ਦਰਿਆ ਅਬੂਰ ਕਰਦੀ ਹੈ ਅਤੇ ਸੋਹਣੀ ਦੀ ਨਦ ਜਿਹੜੀ ਹੈ ਉਹ ਵਾਪਸ ਆ ਜਾਂਦੀ ਹੈ। ਵਾਪਸ ਆ ਕੇ ਸੁਬਾਹ ਬੜੀ ਮਾਂ ਨੂੰ ਸਾਰੀ ਗੱਲ ਦੱਸਦੀ ਹੈ ਅਤੇ ਜਿਹਦੀ ਸੋਹਣੀ ਦੀ ਨਦ ਹੈ ਉਹ ਇੱਕ ਬੜੀ ਖਤਰਨਾਕ ਅਤੇ ਬੜੀ ਖੌਫਨਾਕ ਕਹਿ ਲਓ ਕਿ ਸੋਹਣੀ ਨੂੰ ਕਤਲ ਕਰਨ ਦੀ ਇੱਕ ਸਾਜ਼ਿਸ਼ ਤਿਆਰ ਕਰਦੀ ਹੈ। ਕਿਉਂਕਿ ਸੋਹਣੀ ਜਿਹੜੀ ਹੈ ਉਹਦੀ ਸ਼ਾਦੀ ਵੀ ਇੱਕ ਕਮਿਆਰ ਖਾਨਦਾਨ 'ਚ ਹੁੰਦੀ ਹੈ ਅਤੇ ਜਿਹੜੀ ਸੋਹਣੀ ਦੀ ਨੰਦ ਹੈ ਉਹ ਵੀ ਭਾਂਡੇ ਬਣਾਉਣ ਦਾ ਵੱਲ ਅਤੇ ਫਨ ਪੂਰਾ ਜਾਣਦੀ ਸੀ। ਉਹ ਜਿਹੜੀ ਸੋਹਣੀ ਦੀ ਨੰਦ ਹੈ ਉਹ ਬਿਲਕੁਲ ਜਿਸ ਤਰ੍ਹਾਂ ਸੋਹਣੀ ਦਾ ਘੜਾ ਹੈ ਹੂ ਉਸੇ ਤਰ੍ਹਾਂ ਦਾ ਇੱਕ ਕੱਚੀ ਮਿੱਟੀ ਦਾ ਘੜਾ ਤਿਆਰ ਕਰਦੀ ਹੈ ਅਤੇ ਉੱਥੇ ਦਰਿਆ ਦੇ ਕੋਲ ਜਾ ਕੇ ਜਿੱਥੇ ਕੱਖਾਂ ਦੇ ਵਿੱਚ ਸੋਹਣੀ ਨੇ ਘੜਾ ਛੁਪਾਇਆ ਸੀ ਉੱਥੋਂ ਉਹ ਘੜਾ ਕੱਢ ਕੇ ਅਤੇ ਕੱਚੀ ਮਿੱਟੀ ਦਾ ਘੜਾ ਉਹਦੀ ਜਗ੍ਹਾ 'ਤੇ ਰੱਖ ਦਿੰਦੀ ਹੈ। ਇਸ ਤਰ੍ਹਾਂ ਹੀ ਸੋਹਣੀ ਰਾਤ ਨੂੰ ਮਹੀਵਾਲ ਨੂੰ ਮਿਲਣ ਵਾਸਤੇ ਜਾਂਦੀ ਹੈ ਅਤੇ ਉੱਥੋਂ ਜਾ ਕੇ ਕੱਖਾਂ 'ਚੋਂ ਘੜਾ ਕੱਢਦੀ ਹੈ। ਲੇਕਿਨ ਉਹਨੂੰ ਨਹੀਂ ਸੀ ਪਤਾ ਕਿ ਅੱਜ ਇਹ ਉਹ ਘੜਾ ਨਹੀਂ ਬਲਕਿ ਇਹ ਮੇਰੀ ਮੌਤ ਦਾ ਸਮਾਨ ਹੈ। ਉਸ ਦਿਨ ਮੌਸਮ ਬੜਾ ਖਰਾਬ ਹੁੰਦਾ ਹੈ, ਬੜਾ ਤੂਫਾਨ, ਬੜੀ ਆਂधी ਅਤੇ ਬਾਰਿਸ਼ ਹੋ ਰਹੀ ਹੁੰਦੀ ਹੈ, ਉਹ ਹਵਾ ਬੜੀ ਚੱਲ ਰਹੀ ਹੁੰਦੀ ਹੈ। ਸੋਹਣੀ ਜਿਹੜੀ ਹੈ ਉਹ ਘੜਾ ਲੈ ਕੇ ਅਤੇ ਦਰਿਆ 'ਚ ਵੜ ਜਾਂਦੀ ਹੈ। ਜਦੋਂ ਸੋਹਣੀ ਬਿਲਕੁਲ ਐਨ ਦਰਿਆ ਦੇ ਵਿਚਕਾਰ ਪਹੁੰਚਦੀ ਹੈ ਅਤੇ ਜਿਹੜੀ ਕੱਚੇ ਘੜੇ ਦੀ ਮਿੱਟੀ ਹੈ ਉਹ ਖੁਰਨਾ ਸ਼ੁਰੂ ਹੋ ਜਾਂਦੀ ਹੈ। ਜਦੋਂ ਉਹਨੂੰ ਲਹਿਰਾਂ ਵੱਜਦੀਆਂ ਨੇ ਆਸਤਾ ਘੜਾ ਜਿਹੜਾ ਉਹ ਖੁਰਦਾ ਜਾਂਦਾ। ਇੱਕ ਵਕਤ ਆਉਂਦਾ ਕਿ ਘੜਾ ਬਿਲਕੁਲ ਟੁੱਟ ਕੇ ਦਰਿਆ ਦੇ ਵਿੱਚ ਖਿਲਰ ਜਾਂਦਾ। ਜਦੋਂ ਸੋਹਣੀ ਦਾ ਘੜਾ ਦਰਿਆ ਦੇ ਵਿੱਚ ਖਿਲਰ ਜਾਂਦਾ ਅਤੇ ਸੋਹਣੀ ਡੁੱਬਣ ਲੱਗਦੀ ਹੈ ਅਤੇ ਸੋਹਣੀ ਬੇਅਖਤਿਆਰ ਮਹੀਵਾਲ ਨੂੰ ਵਾਜਾਂ ਮਾਰਦੀ ਹੈ, ਨਾਅਰੇ ਮਾਰਦੀ ਹੈ, ਚੀਕਾਂ ਮਾਰਦੀ ਹੈ। ਦਰਿਆ ਦੇ ਦੂਸਰੇ ਕਿਨਾਰੇ ਮਹੀਵਾਲ ਸੋਹਣੀ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਜਦੋਂ ਮਹੀਵਾਲ ਦੇ ਕੰਨਾਂ 'ਚ ਸੋਹਣੀ ਦੀ ਆਵਾਜ਼ ਪੈਂਦੀ ਹੈ ਅਤੇ ਮਹੀਵਾਲ ਦੌੜਦਾ ਹੋਇਆ ਉਹ ਵੀ ਦਰਿਆ 'ਚ ਛਾਲ ਮਾਰ ਦਿੰਦਾ। ਬਦਕਿਸਮਤੀ ਨਾਲ ਮਹੀਵਾਲ ਨੂੰ ਵੀ ਤਾਰੀ ਨਹੀਂ ਸੀ ਆਉਂਦੀ ਅਤੇ ਦੋਨੋਂ ਜਿਹੜੇ ਨੇ ਸੋਹਣੀ ਅਤੇ ਮਹੀਵਾਲ ਜਿਹੜੇ ਨੇ ਉਹ ਦੋਨੋਂ ਦਰਿਆ ਦੇ ਵਿੱਚ ਡੁੱਬ ਜਾਂਦੇ ਨੇ। ਮੁਹੱਬਤ ਕਰਨ ਵਾਲਾ ਇਹ ਜੋੜਾ ਜਿਹੜਾ ਇਹ ਦਰਿਆ ਦੀਆਂ ਡੂੰਘਾਈਆਂ ਦੇ ਵਿੱਚ ਡੁੱਬ ਕੇ ਅਤੇ ਇੱਕ ਆਸ਼ਕਾਂ ਦੀ ਪਾਕੀਜ਼ਾ ਮੁਹੱਬਤ ਦੀ ਜਿਹੜੀ ਤਾਰੀਖ ਦੇ ਸਫਾਤ ਦੇ ਵਿੱਚ ਹਮੇਸ਼ਾ ਲਈ ਉਹ ਉਹਨਾਂ ਦੀ ਕਹਾਣੀ ਅਤੇ ਉਹਨਾਂ ਦੀ ਜਿਹੜੀ ਦਾਸਤਾਨ ਹੈ ਉਹ ਅਮਰ ਹੋ ਜਾਂਦੀ ਹੈ। ਸੋਹਣੀ ਰਵਾਇਤ ਦੇ ਮੁਤਾਬਕ ਸੋਹਣੀ ਮਹੀਵਾਲ ਦਾ ਜਿਹੜਾ ਮਜ਼ਾਰ ਹੈ ਉਹ ਸਿੰਧ ਦਾ ਇੱਕ ਇਲਾਕਾ ਸ਼ਹਦਾਦਪੁਰ ਵਿੱਚ ਵਾਕਿਆ ਹੈ। ਸੋਹਣੀ ਦਾ ਜਿਹੜਾ ਮਜ਼ਾਰ ਹੈ ਉਹ ਮਾਈ ਸੋਹਣੀ ਦੇ ਇਲਾਕੇ 'ਚ ਮੌਜੂਦ ਹੈ ਅਤੇ ਮਹੀਵਾਲ ਦਾ ਜਿਹੜਾ ਮਜ਼ਾਰ ਹੈ ਉਹ ਸ਼ਹਿਰ ਦੇ ਵਿੱਚ ਅਲੱਗਾ ਸ਼ਹਦਾਦਪੁਰ ਦੇ ਅੰਦਰ ਮਹੀਵਾਲ ਦਾ ਜਿਹੜਾ ਉਹ ਮਜ਼ਾਰ ਹੈ। ਸੋਹਣੀ ਦਾ ਮਜ਼ਾਰ ਅਲੱਗਾ ਹੈ ਅਤੇ ਮਹੀਵਾਲ ਦਾ ਮਜ਼ਾਰ ਅਲੱਗਾ ਹੈ। ਮੈਂ ਜਿਹੜਾ ਤੁਹਾਡੇ ਸਾਹਮਣੇ
ਅੱਜ ਕਿੱਸਾ ਸੋਹਣੀ ਮਹੀਵਾਲ ਦਾ ਪਾਰਟ 8 8ਵਾਂ ਹਿੱਸਾ ਬਿਆਨ ਕਰ ਰਿਹਾ। ਇਹਨੂੰ ਇੱਕ ਤਵੀਲ ਨਜ਼ਮ ਦੇ ਵਿੱਚ ਸੈਯਦ ਫਜ਼ਲ ਸ਼ਾਹ ਸਾਹਿਬ ਨੇ ਲਿਖਿਆ। ਸੈਯਦ ਫਜ਼ਲ ਸ਼ਾਹ ਸਾਹਿਬ ਜਿਹੜੇ ਨੇ ਉਹ 1827 ਦੇ ਵਿੱਚ ਨਵਾਂ ਕੋਟ ਬਸਤੀ ਲਾਹੌਰ ਜੰਮੇ ਅਤੇ ਉੱਥੇ ਹੀ 1890 ਦੇ ਵਿੱਚ ਇਹਨਾਂ ਦਾ ਵਿਸਾਲ ਹੋਇਆ ਅਤੇ ਉੱਥੇ ਹੀ ਮੁਲਤਾਨ ਰੋਡ ਦੇ ਉੱਤੇ ਲਾਹੌਰ ਜਿਹੜਾ ਉਹ ਇਹਨਾਂ ਦਾ ਮਜ਼ਾਰ ਹੈ। ਇਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਸੋਹਣੀ ਮਹੀਵਾਲ, ਹੀਰ ਰਾਂਝਾ, ਸੱਸੀ ਪੁੰਨੂ, ਸੀ ਹਰਫੀਆ, ਇਸਰਾਰ-ਏ ਇਲਾਹੀ, ਸ਼ਜਰਾ ਨਸਬ ਵੀ ਲਿਖਿਆ ਹੈ। ਲੇਕਿਨ ਸੋਹਣੀ ਮਹੀਵਾਲ ਜਿਹੜੀ ਦਾਸਤਾਨ ਹੈ, ਜਿਹੜਾ ਵਾਕਿਆ ਜਿਹੜਾ ਨਾ ਇੱਕ ਤਵੀਲ ਨਜ਼ਮ ਦੇ ਵਿੱਚ, ਲੰਬੀ ਨਜ਼ਮ ਦੇ ਵਿੱਚ ਲਿਖਿਆ, ਉਹ ਇਹਨਾਂ ਦਾ ਸਭ ਤੋਂ ਵੱਡਾ ਸ਼ਾਹਕਾਰ ਹੈ। ਤੇ ਮੈਂ ਤੁਹਾਡੇ ਸਾਹਮਣੇ ਅੱਜ ਪਾਰਟ 8 8ਵਾਂ ਹਿੱਸਾ ਪੇਸ਼ ਕਰ ਰਿਹਾ। ਪੇਸ਼ ਕਰਨ 'ਚ ਕੋ ਪੜ੍ਹਨ 'ਚ ਅਗਰ ਕੋਈ ਕਮੀ ਪੇਸ਼ੀ ਹੋਈ ਹੈ ਤਾਂ ਮੈਂ ਤੁਹਾਡੇ ਕੋਲ ਪੇਸ਼ਗੀ ਮਾਫੀ ਚਾਹੁੰਦਾ। ਇਹ ਜਦੋਂ ਸੋਹਣੀ ਮਹੀਵਾਲ ਨੂੰ, ਜਿਹੜਾ ਮਹੀਵਾਲ ਪਹਿਲੇ ਸੋਹਣੀ ਨੂੰ ਹੱਥ ਲਿਖਦਾ ਅਤੇ ਜਦੋਂ ਉਹ ਹੱਥ ਸੋਹਣੀ ਨੂੰ ਪਹੁੰਚਦਾ ਅਤੇ ਸੋਹਣੀ ਜਿਹੜਾ ਉਹਦੇ ਜਵਾਬ 'ਚ ਮਹੀਵਾਲ ਨੂੰ ਹੱਥ ਲਿਖਦੀ ਹੈ ਅਤੇ ਆਪਣਾ ਹਾਲ ਬਿਆਨ ਕਰਦੀ ਹੈ ਕਿ ਮੇਰੇ ਨਾਲ ਕੀ ਬਣਿਆ। ਅਵਲ ਹਮਦ ਖੁਦਾ ਤਾਈ जिदी सिफत दा अंत ना का जानी, लख वार दरूद रसूल ताई जिदी शान लुलाक कलमा जानी, इसती बाद करोड़ सलाम पिछे सने हाल तू जा सुनी हाल तू जा बजा जानी। जिस रोज माई बाप तुद ताई मैया चारन देन हटा जानी, एवें वा वेला पई कूकदी सा मैथे आ जानी, मैथे आ जानी। बिना मौत आई कोई मरे नहीं, बिना मौत आई कोई मरे नहीं, बैठी खान ते पीर चुका जानी। महीवाल मेरा वाल वाल कुके सुंजी मानू रैया कुरला जानी। ओड़क मज मगाई व्यायो नी, ओड़क मज मगाई व्यायो नी, जोरो जोर ਜ਼ੋਰੋ ਜ਼ੋਰ ਦਿੱਤੀ ਡੋਲੀ ਪਾ ਜਾਨੀ। ਗਾਨਾ ਤੋੜ ਕੇ ਸੁੱਟਿਆ ਵਿੱਚ ਵੇੜੇ, ਦਿੱਤੇ ਕੱਪੜੇ ਹਾਕ ਰੁਲਾ ਜਾਨੀ। ਜੇਕਾ ਹਬਰ ਖੁਦੀ ਇਹਦਾ ਬੰਨ ਦੇਣੀ, ਮਰਦੀ ਖਾ ਕੇ ਕੁਝ ਬਲਾ ਜਾਨੀ। ਇਹ ਪਰ ਇਹ ਸ਼ਰਮਿੰਦਗੀ ਲਿਖੀ ਆਹੀ, ਤੁਧ ਯਾਰ ਵਲੂ ਮੇਰੇ ਭਾ ਜਾਨੀ। ਘਰ ਸਾਹੜੇ ਮੋਲ ਨਾ ਗੱਲ ਕੀਤੀ, ਸੁੱਜੀ ਸੱਸ ਵੀ ਰਹੀ ਬਲਾ ਜਾਨੀ। ਮੇਰੇ ਪਾਸ ਰਕੀਬ ਸਵਾਲਿਓ ਨੇ, मेरे पास रकीब सवाले ने, सजी पलंग ते सेज वछा जानी। लगा दस्त दराज रकीब करने, हिम्मत रब दिती मैनू चाह जानी। सारी उम्र मेरे हथ याद करसी, दिती मार के होश बला जानी। महीवाल दी राख अमान रब्बा, महीवाल दी रख अमान रब्बा, मंगी दुआ मैं हथ उठा जानी। मेरे अर्श अजीम ते कूक पहुंची, मेरी अर्श अजीम ते कूक पहुंची, पाई तुरत कबूल दुआ जानी। इवें रब दे करम ते फजल कोलू सत्ता मजतू हो जुदा जानी। इवें रब दे करम ते फजल कोलू सुता मजतू हो जुदा जानी। सोवे नत नोकीला मुझ कोलू कदी ना वेखे अखी चा जानी। घर सेरे हास अंजोड़ मेरी, घर सहरे हास अंजोड़ मेरी, दिती पेकिया मनु बुला जानी। 7 साल मैनू अखी नींद नाही, के कर कहर दी रहन वहा जानी। बैठी याद करा मेरे सैया हो, तेरा चाह जानी, तेरा चाह जानी। तुझ बाज पलंग पलंग दिसे, सेज सीख ते जान चढ़ा जानी। हैया मांग शेहा कड़क पैण मैनू, एक पलक ना मिले टका जानी। दौड़ खावण आउण दी मझ ताई, जिवें ढंग मारे इदहा झा जानी। दावण खावण आउंदी मझ ताई, जिवें ढंग मारे इदहा जानी। पावे वेखणे थी धावे सूल मैनू, आवे दुख पावे घबरा जानी। लेफ सैफ मारे जेकर लवा उत्ते, दुख सवल्ला देवे ता जानी। जो कुछ हाल मेरा
ਮੇਰੇ ਸਾਈਓ ਦਿੱਤਾ ਤੁਧ ਨੂੰ ਸਭ ਸੁਣਾ ਜਾਂਦੀ ਬਾਲੀ ਅੱਗ ਤੇ ਤੇਲ ਪਲਟੇ ਹੋਈ ਦਿੱਤੋ ਭੜਕਦੀ ਨੂੰ ਭੜਕਾ ਜਾਂਦੀ ਤਾਨੇ ਲਿਖਿਓ ਨੀ ਆਤਸ਼ ਵਾਂਗ ਤੱਤੇ ਗੇ ਜਿਗਰ ਤੇ ਜਾਨ ਜਲਾ ਜਾਂਦੀ ਲਾਵਾ ਬਾ ਨਾ ਹਮਸੜੇ ਖਸਮ ਤਾਈ ਲਾਵਾ ਬਾ ਨਾ ਹਸਮੜੇ ਖਸਮ ਤਾਈ ਜਤਾ ਸਦਕ ਥੀ ਇੱਕ ਖੁਦਾ ਜਾਂਦੀ ਆਪੇ ਵੇਖਸਨ ਕੁਫਲ ਸਦੂਕ ਜੋੜੇ ਬਲਦੀ ਤੇਲ ਨਾ ਪਾਈ ਬਚਾ ਜਾਂਦੀ ਤਾਕਤ ਨਾ ਜੋ ਝੂਠ ਨੂੰ ਝੂਠ ਆਖਾਂ ਜੋ ਕੁਝ ਲਿਖਿਆ ਨਾਲ ਜ਼ਰਾ ਜਾਂਦੀ ਇਸ ਕੌਲ ਨੂੰ ਆਪੇ ਪਹਿਰਾ ਦੇਵਸਾਂਗੀ ਮਰਾ ਕਰਾਂ ਜੇ ਫਿਰ ਫਰਾ ਜਾਂਦੀ ਜੇ ਕਰ ਤੁਧ ਥੀ ਪਿਆਰਿਆ ਮੁਖ ਮੋੜਾ ਸ਼ਾਲਾ ਦੋਜ਼ਹੀ ਮਿਲਨ ਸਜ਼ਾ ਜਾਂਦੀ ਸ਼ਾਹਦ ਰੱਬ ਮੇਰਾ ਸ਼ਾਹਦ ਰੱਬ ਮੇਰਾ ਤੂੰ ਹੀ ਹਾਸ ਕਾਬਾ ਸ਼ਾਹਦ ਰੱਬ ਮੇਰਾ ਤੂੰ ਹੀ ਹਾਸ ਕਾਬਾ ਸੈਦਾ ਹੋਰ ਨ ਕਤੇ ਰਵਾ ਜਾਂਦੀ ਸ਼ਾਹਦ ਰੱਬ ਮੇਰਾ ਤੂੰ ਹੀ ਹਾਸ ਕਾਬਾ ਸੈਦਾ ਹੋਰ ਨਾ ਕਤੇ ਰਵਾ ਜਾਂਦੀ ਲਿਆ ਨਾਲ ਤੇਰੇ ਲਾਵਾ ਪਿਆਰਿਆ ਹੋ ਰੋਜ਼ ਅਜ਼ਲ ਦੇ ਅਕਦ ਪੜ੍ਹਾ ਜਾਂਦੀ ਦਮ ਲਗੀਆਂ ਦੀ ਰੱਖੀ ਸ਼ਰਮ ਸਾਈਆ ਦਮਾ ਬਾਜ ਮੈਂ ਰਹੀ ਵਕਾ ਜਾਂਦੀ ਮੈਂ ਤੇ ਗੋਲੀਆਂ ਦੀ ਪੜ ਗੋਲੀ ਹਾਂ ਨਾਲ ਸਿਦਕ ਯਕੀਨ ਸਫਾ ਜਾਂਦੀ ਉਹ ਨਾਲ ਈਮਾਨ ਤੇਰੀ ਰੱਖੀ ਗੈਰ ਥੀ ਬਹੁਤ ਛੁਪਾ ਜਾਂਦੀ ਕਦੀ ਆਬੇ ਹਯਾਤ ਵਸਾਲ ਵਾਲਾ ਕਦੀ ਆਬੇ ਹਯਾਤ ਵਸਾਲ ਵਾਲਾ ਅਸਾਂ ਪਿਆਸਿਆਂ ਨੂੰ ਪਲਾ ਜਾਂਦੀ ਕਿਸੇ ਨਾਲ ਬਹਾਨੜੇ ਆ ਇੱਥੇ ਕਿਵੇਂ ਪਿਆਰਿਆ ਮੁਖ ਦਿਖਾ ਜਾਂਦੀ ਦੋਤੀ ਕੋਈ ਪਛਾਣ ਨਾ ਬੋਲ ਸਕੇ ਕੋਈ ਆਵੜਾ ਬੇਸ ਵਟਾ ਜਾਂਦੀ ਉਹ ਗਨਹਾਰ ਬਿਮਾਲ ਲਾਚਾਰ ਪਈਆ ਤੇਰੇ ਦੇਖਣਾ ਅਸਲ ਦਵਾ ਜਾਂਦੀ ਨਾਮ ਰੱਬ ਦੇ ਮਿਲੀ ਪਿਆਰਿਆ ਹੋ ਮੋਈ ਪੈਨੂੰ ਫਿਰ ਜਵਾ ਜਾਂਦੀ ਕਰਸਾ ਹੋਰ ਸਲਾਮ ਹੈ ਨਾਲ ਤੇਰੇ ਜਦੋਂ ਆਸੇਗਾ ਮੇਰੇ ਧਾ ਜਾਂਦੀ ਮੁੜ ਕੇ ਸੋਹਣੀ ਦਾ ਹੱਥ ਯਾਰ ਵੱਲੇ ਲੈ ਕੇ ਗਿਆ ਸ਼ਤਾਬ ਸਦਾ ਜਾਂਦੀ ਫਜ਼ਲ ਯਾਰ ਵਾਲਾ ਹੱਥ ਯਾਰ ਤਾਈ ਦਿੱਤਾ ਉਸ ਨੇ ਫਿਰ ਪੁਚਾ ਜਾਂਦੀ ਫਜ਼ਲ ਯਾਰ ਵਾਲਾ ਹੱਥ ਯਾਰ ਤਾਈ ਦਿੱਤਾ ਉਸ ਨੇ ਫਿਰ ਪੁਚਾ ਜਾਂਦੀ ਮਹੀਵਾਲ ਜਿਹੜਾ ਉਹ ਫਿਰ ਪੇਸ ਵਟਾ ਕੇ ਤੇ ਸੋਹਣੀ ਨੂੰ ਮਿਲਣ ਵਾਸਤੇ ਦਰਿਆ ਦੇ ਦੂਸਰੇ ਪਾਰ ਸੋਹਣੀ ਦੇ ਪਿੰਡ ਜਾਂਦਾ ਹੈ ਹੱਥ ਯਾਰ ਵਾਲਾ ਮਹੀਵਾਲ ਪੜ ਕੇ ਹੱਥ ਯਾਰ ਵਾਲਾ ਮਹੀਵਾਲ ਪੜ ਕੇ ਚੁੱਪ ਨਾਲ ਕਰੇ ਜਿਹੜੇ ਲਾਂਦਾ ਜੇ ਲਿਖਿਆ ਯਾਰ ਆਹਾ ਮਿਲ ਜਾ ਯਾਰਾ ਯਾਰ ਯਾਰ ਕਾਰਨ ਚਿੱਤ ਚਹਾਵਦਾ ਜੇ ਕੋਈ ਬੜਨਾ ਡੋਲ ਮਲਾਪ ਵਾਲਾ ਔੜਕ ਰੋ ਕੇ ਨੀਰ ਵਹਾਵਦਾ ਜੇ ਕਿਹੜੇ ਤੂਰ ਮਿਲਸਾਂ ਪਿਆਰ ਯਾਰ ਤਾਈ ਲਿਖ ਫਿਕਰ ਦਲੀਲ ਦੜਾਵਦਾ ਜੇ ਲੱਖ ਫਿਕਰ ਦਲੀਲ ਦੜਾਵਦਾ ਜੇ ਗਿਆ ਇਸ਼ਕਾ ਸਿਖਾ ਗਦਾ ਹੋਣਾ ਔੜਕ ਵਕਤ ਇਹ ਇਸ਼ਕਾ ਸਿਖਾਵਦਾ ਜੇ ਪਹਿਲੂ ਚਾਕ ਹੋਇਆ ਹੁਣ ਹਾਕ ਮਿਲੀ ਕਾਰਨ ਯਾਰ ਦੇ ਬੇਸ ਵਟਾਵਦਾ ਜੇ ਤਖਤੂ ਸ਼ਾਹ ਵੀ ਚਾ ਗਰਾਮਦੇ ਜੇ ਘਰ ਘਰ ਫਿਰੇ ਬਹਾਨੜੇ ਨਾਲ ਮੰਗਦਾ ਕਾਰਨ ਯਾਰ ਦੇ ਸਗਨ ਮਨਾਵਦਾ ਜੇ ਕੋਈ ਦੇ ਗਾਲੀ ਕੋਈ ਬੁਰਾ ਬੋਲੇ ਕੋਈ ਮਹਿਰ ਸਿੱਤੀ ਹੈਰ ਪਾਵਦਾ ਜੇ ਅਵਲ ਕੁੱਲ ਮੁਸੀਬਤਾਂ ਝੱਲ ਲੈਂਦਾ ਬਾਹਰ ਇਸ਼ਕ ਵਾਲਾ ਜਿਹੜਾ ਚਾਵਦਾ ਜੇ ਅਵਲ ਕੁੱਲ ਮੁਸੀਬਤਾਂ ਝੱਲ ਲੈਂਦਾ ਬਾਹਰ ਇਸ਼ਕ ਵਾਲਾ ਜਿਹੜਾ ਚਾਵਦਾ ਜੇ ਇੱਕ ਖੈਰ ਮਹਿਬੂਬ ਦੀ ਚਾਹੀ ਹੋਈ ਖੈਰ ਬਦ ਖੈਰ ਦੁਹਰਾਵਦਾ ਜੇ ਗਲੀ ਜਾਣ ਵਾਲੀ ਗਲੀ ਵਿੱਚ ਕੂਚੇ ਫਿਰੇ ਕੂਜ ਵਾਂਗੂ ਕਰ ਲਾਵਦਾ ਜੇ ਔੜਕ ਜਾਗ ਕੂਚੇ ਦੁੱਖ ਦਰਦ ਵਾਲੇ ਘਰ ਸਹਿਰੇ ਯਾਰ ਦੇ ਜਾਵਦਾ ਏ ਖੈਰ ਆਨ ਫਕੀਰ ਨੂੰ ਦਾਨ ਕੀਜੀਏ ਅਚੀ ਨਾਲ ਆਵਾਜ਼ ਬੁਲਾਵਦਾ ਜੇ ਕੰਦੀ ਯਾਰ ਦੀ ਸੁਣੇ ਆਵਾਜ਼ ਸੋੜੀ ਇਹ ਪਰ ਵਿੱਚ ਪਛਾਣ ਦਾ ਆਵਦਾ ਜੇ ਕਿ ਆ ਸੱਸ ਫਕੀਰ ਨੂੰ ਖੈਰ ਪਾਵੇ ਸਾਨੂੰ ਆਸਰਾ ਫਕੀਰ ਦੇ ਨਾਮ ਦਾ ਜੇ ਸੋੜੀ ਹੈਰ ਫਕੀਰ ਨੂੰ ਪੌੜ ਚੱਲੀ ਦੇਖੋ ਵਿਛੜੇ ਰੱਬ ਬੁਲਾਵਦਾ ਜੇ ਓਲੇ ਹੋ ਕਿਆ ਇਹ ਲੈ ਖੈਰ ਸਾਈ ਮਹੀਵਾਲ ਰੁਮਾਲ ਨੂੰ ਢਾਵਦਾ ਜੇ ਹੈਰ ਲਿੰਦਿਆਂ ਹੀ ਸਾਰ ਨਸਾਰ ਹੋਇਆ ਸਾਰਾ ਹੋਸ਼ ਹਵਾਸ ਬੁਲਾਵਦਾ ਜੇ ਸੁੜੀ ਹਾਸ ਮਿਸਾਲ ਆਹੀ ਆਸ਼ਿਕ ਵਾਂਗ ਪਤੰਗ ਜਲਾਵਦਾ ਜੇ ਕੀਤੀ ਢੂੰਡ ਸੋੜੀ ਮਹੀਵਾਲ ਬਾਵੇ ਜਿਹੜਾ ਦੇਖ ਮੈਨੂੰ ਗਸ਼ ਖਾਵਦਾ ਜੇ ਔੜਕ ਲਿਆ ਪਛਾਣ ਤੇ ਜਸਤ ਲਿਆ ਯਾਰ ਨੂੰ ਤੁਰਤ ਉਠਾਵਦਾ ਜੇ ਗੱਲ ਲੱਗ ਮਿਲੀ ਬੁਝੀ ਅੱਗ ਦਿਲ ਦੀ ਇਹ ਪਰ ਖੌਫ ਰਕੀਬ ਦੀ ਮੌਤ ਆ ਜੇ
ਲੱਗੀ ਹਾਲ ਦੱਸਣ ਛੇਤੀ ਨਾਲ ਸੋੜੀ, ਮਹੀਵਾਲ ਵੀ ਰੋ ਸੁਣਾਵਦਾ ਜੇ, ਕਿਸੇ ਨਾ ਸੁਣੀ ਇੱਕ ਦੂਸਰੇ ਦੀ ਔੜਕ ਕਹੇ ਸੋੜੀ ਮਨ ਭਾਵਦਾ ਜੇ, ਜਾ ਸਦਕ ਯਕੀਨ ਥੀ ਬੈਠ ਸਾਈਆਂ, ਇਹ ਪਰ ਪਾਸ ਜੋ ਘਾਟ ਜਨਾਵਦਾ ਜੇ, ਦੇਸੀ ਰੱਬ ਮੁਰਾਦ ਪਗਾ ਤੇਰੀ, ਜਿਹੜਾ ਗੱਲ ਦੀ ਆਸ ਜਿਹੜਾ ਕੁੱਲ ਦੀ ਆਸ ਪਹੁੰਚਾਉਂਦਾ ਜੇ, ਫਜ਼ਲ ਸ਼ਾਹ ਮਹਿਬੂਬ ਦੀ ਚਾਹ ਅੰਦਰ 7 ਸਾਲ ਮਿਸਾਲ ਲਗਾਉਂਦਾ ਜੇ, ਫਜ਼ਲ ਸ਼ਾਹ ਮਹਿਬੂਬ ਦੀ ਚਾਹ ਅੰਦਰ 7 ਸਾਲ ਮਿਸਾਲ ਲਗਾਉਂਦਾ ਜੇ, ਮਹੀਵਾਲ ਦਾ ਰਾਤ ਨੂੰ ਮੱਛੀ ਦਾ ਕਬਾਬ ਬਣਾ ਕੇ ਦਰਿਆ ਧਰ ਕੇ ਆਉਣਾ, ਮਹੀਵਾਲ ਕਦੀਮ ਦੇ ਲਾਈ ਜੰਡੇ, ਬੈਠਾ ਬੇਲੀਆਂ ਦੇ ਮੌਨ ਤਾਨ ਭਾਈ, ਤਕੀਆਦਾਰ ਹੋ ਰੱਬ ਤੇ ਰੱਖ ਤਕੀਆ, ਦੁਆ ਪਾ ਬੈਠਾ ਮਸਤਾਨ ਬੇਲੀ, ਰੌਣਕ ਵੇਖ ਫਕੀਰ ਦੀ ਲੋਕ ਸਾਰੇ, ਮਹਿਰਮ ਹਾਲ ਉਸ ਦਿਨ ਆਂਜ ਬੇਲੀ, ਜਿਹੜੇ ਗਾਤ ਤੇ ਹਾਸ ਮਲਾ ਆਹੇ, ਸੋਮ ਬੇੜੀਆਂ ਘਰੀ ਉਹ ਜਾਣ ਬੇਲੀ, ਨਿਤ ਦੇਣ ਪਚਾਈ ਫਕੀਰ ਤਾਈ, ਦਿਨ ਰਾਤ ਜੋ ਘਰੀ ਪਕਾਣ ਜਾਨੀ, ਮੱਛੀ ਬਾਜ ਸ਼ਮਾਰ ਬਿਆਨ ਬੇਲੀ, ਹਿੱਸਾ ਪੀਰ ਫਕੀਰ ਦਾ ਵੱਖ ਕਰਕੇ, ਮਹੀਵਾਲ ਦੀ ਨਜ਼ਰ ਟਕਾਣ ਬੇਲੀ, ਇਹ ਪਰ ਸਜਣਾ ਬਾਜ ਹਰਾਮ ਉਸਨੂੰ, ਖਾਣ ਪੀਣ ਤੇ ਐਸ਼ ਜਹਾਨ ਬੇਲੀ, ਨਿਤ ਲਾ ਮਸਾਲੜੇ ਭੁਨ ਮੱਛੀ, ਹੋਵੇ ਯਾਰ ਦੇ ਵੱਲ ਰਵਾਨ ਬੇਲੀ, ਸੁੱਤੇ ਵਕਤ ਜਾਂ ਲੋਕ ਦਰਾਜ਼ ਥੀਂਦੇ, ਸੁੱਤੇ ਵਕਤ ਜਾਂ ਲੋਕ ਦਰਾਜ਼ ਥਿੰਦੇ, ਇਹ ਪਰ ਉਸ ਵੇਲੇ ਹਲ ਪਾੜ ਬੇਲੀ, ਉਧਰ ਸੋਹਣੀ ਵੀ ਇੰਤਜ਼ਾਰ ਕਰਦੀ, ਮਹੀਵਾਲ ਦੀ ਤਰਫ ਧਿਆਨ ਬੇਲੀ, ਪਹਿਲੇ ਗਲ ਮਿਲਦੇ ਪਿੱਛੂ ਕੱਢ ਮੱਛੀ, ਰਲ ਖਾਣ ਦੇਵੇ ਜਾਨੀ ਜਾਨ ਬੇਲੀ, ਗਲ ਮਿਲਣ ਸਿੱਤੀ ਦੁੱਖ ਦਰਦ ਜਾਵੇ, ਗਮ ਸੋਲ ਫਰਾਗ ਦਿਹਾਨ ਬੇਲੀ, ਦੁੱਖ ਦੂਰ ਤਮਾਮ ਜ਼ਰੂਰ ਥੀਂਦੇ, ਜਦੋਂ ਰੱਬ ਹੁੰਦਾ ਮਿਹਰਬਾਨ ਬੇਲੀ, ਦੂਜੇ ਬਲਕ ਮਹੀਵਾਲ ਬੁਨ ਮੱਛੀ, ਆਵੇ ਲੰਘ ਜਨਾਉ ਤੂਫਾਨ ਬੇਲੀ, ਰਾਤੀ ਕਾਲੀਆਂ ਚੀਰ ਕੇ ਯਾਰ ਕਰਕੇ ਆਉਂਦਾ ਜਾਨ ਕੁਰਬਾਨ ਬੇਲੀ, ਮਿਲ ਕੇ ਯਾਰ ਤਾਈ ਫਿਰ ਪਾਰ ਜਾਵੇ, ਬੈਠੇ ਆਪਣੇ ਜਾ ਮਕਾਨ ਬੇਲੀ, ਫਜ਼ਲ शाह मियाँ चोरी दोतियाँ थी, कई रोज़ इस तौर लंघाण बेली। एक दिन ਮਹੀਵਾਲ ਨੂੰ ਮੱਛੀ ਨਾ ਮਿਲੀ ਤੇ ਮਹੀਵਾਲ ਨੇ ਆਪਣਾ ਪੱਟ ਚੀਰ ਕੇ ਤੇ ਉਹਦਾ ਕਬਾਬ ਬਣਾ ਕੇ ਤੇ ਉਹ ਸੋੜੀ ਲੈ ਕੇ ਜਾਂਦਾ ਹੈ। ਇੱਕ ਰੋਜ਼ ਰਜ਼ਾਈ ਥੀ ਅੰਬਰ ਬਣਿਆ, ਲੱਥਾ ਮੀਂਹ ਪਹਾੜ ਦੇ ਵਾਰ ਜਾਨੀ, ਬਹੁਤ ਰੋਜ਼ थी ਜ਼ੋਰ जनाओ चढ़ी, मच्छी हल गई इस वार जानी, कोई मीर शिकार भी ना पहुँचा, बाई आशका बड़ी लचार जानी, वेला नत दाई नज़दीक पहता, पई रात काली धुंदो कार जानी, महीवाल कंडे ते आई खला, कुके रब ते करे पुकार जानी, आखे यार मुसीबतां पेश आईयां, होइयां साहबा आप कहार जानी, एक नई मच्छी दूजा नई चढ़ी, तीजा महीना चौथा इंतज़ार जानी, जेकर यार ताई ना मिलसा, क्या इसदा मैं यार खार जानी, हातर यार दी चीर जनाओ जावा, हाली जावना नहीं दरकार जानी, चीरे पट नू खल उतार जानी, आशक मास जिंदा वड लिया पट्टू, मावा जोर दा समझ वचार जानी, हासे ला मसालड़े चढ़ सेके, हथी बांदा हूब सवार जानी, गया लंघ जना थी पार जानी, पहलू यार नू मिले शिकार पिछू, देवे यार दी नज़र गुजार जानी, सोनी पकड़ कबाब नू मुख पावे, सुट्टे होए के तुरंत बेजार जानी, सच दसी भला की आंदी आ, अज भुन के यार गम हार जानी, महीवाल कहा मच्छी आंदी आ मैं, तेरे कारने यार दिलदार जानी, खाओ नाल यकीन विश्वास नहीं, लिया भुन में आप शिकार जानी, मच्छी अज वाली सच सख्त आही, करो कुछ ना होर विचार जानी, सोड़ी फेर मजाह दे नाल कहा, मच्छी नहीं ए यार सरदार जानी, इदा होर दा होर सवाद आवे, मते अख तू सच नतार जानी, महीवाल ने हाल वखाल दिता, जदू पुछ की वार वार जानी, पट्टू पटियां खोल के यार अगे, महीवाल रदा जारो जार जानी, अजे नहीं सवाज जे तुद ताई, हाजिर जान मेरी मही मैनू मार जानी, अजे नहीं सवाज जे तुद ताई, हाजिर जान मेरी मैनू मार जानी, सोड़ी वेहरूनी फट फट सरदा, फट सटदी वाल हजार जानी, फट चीज साइया मैनू पटे होई, पट पट ते सटे हो यार जानी, छेती पट ते पटियां बन यारा, ते तू घोल गद्दी सटी वाह,
सटी वार जानी बस सजड़ा तेथू हद होई, जा बैठ हूं नाल करार जानी, जत कत मिलसा नत पार तेनू, तसा आवड़ा नहीं अरार जानी, महीवाल बीमार सधार गया, पार वार एह अमन गफ्तार जानी, इसती बात सोड़ी महीवाल ताई, जाके पार मिले नाल यार जानी, नत घड़ा लैके ठल पार जावे, करे यार दा जा दीदार जानी, मुड़दी वार लुका के रख आवे, गड़ा बूटियां दे वचकार जानी, फजल शाह पर मुदता गुजर गईयां, रही सोड़ी दी एहो कार जानी, सोड़ी ਜਦੋਂ ਰੋਜ਼ ਇਹਦਾ ਮਾਮੂਲ ਬਣ ਜਾਂਦਾ, ਸੋੜੀ ਰੋਜ਼ ਜਦੋਂ ਘੜਾ ਲੈ ਕੇ ਦਰਿਆ ਪਾਰ ਕਰਦੀ ਏ ਤੇ ਇੱਕ ਦਿਨ ਉਹ ਜਾਣ ਲੱਗਦੀ ਏ ਤੇ ਸੋੜੀ ਦੀ ਅੱਖ ਖੁੱਲ ਜਾਂਦੀ ਏ, ਸੋੜੀ ਦੀ ਨੱਧ ਦੀ ਅੱਖ ਖੁੱਲ ਜਾਂਦੀ ਏ ਤੇ ਉਹ ਸੋੜੀ ਨੂੰ ਜਾਂਦਿਆਂ ਘਰੋਂ ਨਿਕਲਦਿਆਂ ਵੇਖ ਲੈਂਦੀ ਏ। ਉੱਥੇ ਫਜ਼ਲ ਸ਼ਾਹ ਸਾਹਿਬ ਲਿਖਦੇ ਨੇ, ਇੱਕ ਰਾਤ ਚਲੀ ਸੋੜੀ ਯਾਰ ਵੱਲੇ, ਇੱਕ ਰਾਤ ਚਲੀ ਸੋੜੀ ਯਾਰ ਵੱਲੇ, ਸੋਹਣਾ ਹਾਰ ਸ਼ਿੰਗਾਰ ਲਗਾ ਬੇਲੀ, ਸਤੀ ਪਈ ਨਾਨਾਨ ਨੂੰ ਜਾਗ ਆਈ, ਉਹ ਵੀ ਮਗਰ ਚਲੀ ਕਰ ਧਾ ਬੇਲੀ, ਸੋਹਣੀ ਨਿਕਲ ਦਰਵਾਜ਼ਿਓ ਰਵਾ ਹੋਈ, ਦਰਿਆ ਮੂੰਹ ਜਨਾ ਦੇ ਧਾ ਬੇਲੀ, ਖੋਜ ਚੋਰ ਸੰਦਾ ਖੋਜੀ ਪਕੜ ਲਿਆ, ਇਹ ਪਰ ਚੋਰ ਨੂੰ ਖਬਰ ਨਾ ਕਾ ਬੇਲੀ, ਗੜਾ ਚਾ ਲੈਂਦੀ ਉਹਨਾਂ ਬੂਟੀਆਂ ਥੀ, ਜਿੱਥੇ ਆਉਂਦੀ ਨਤ ਲਕਾ ਬੇਲੀ, ਸਰ ਤੇ ਬੰਨ ਵਹਲ ਰੱਬ ਯਾਦ ਕਰਕੇ, ਸੋੜੀ ਟਲ ਪਈ ਦਰਿਆ ਬੇਲੀ, ਮਿਲ ਕੇ ਯਾਰ ਨੂੰ ਲੰਘ ਅਰਾਰ ਆਵੇ, ਰੱਖੇ ਗੜੇ ਨੂੰ ਫਿਰ ਛੁਪਾ ਬੇਲੀ। ओले बैठ ननान ने सब डिठा, ए पर उठ गई गुस्से खा बेली, अगू सोड़ी भी घरे जा सुती, अल्फू ये तिकर गल पा बेली, जदू फजर होई ओ भी कहर भरी, गई तरफ दुकान सदा बेली, फिर तरफ जना दी रवा होई, कच्चा गड़ा दुकान थी चा बेली, जिथे सोड़ी गड़ा टकाया सी, जा पासी पहुंची उसे ही जा बेली, ਕੱਚਾ ਬੂਟੀਆਂ ਵਿੱਚ ਲੁਕਾ ਰੱਖੇ, ਪੱਕੇ ਗੜੇ ਦੇ ਨਾਲ ਵਟਾ ਬੇਲੀ, ਕਿਹੜਾ ਲਿਖਿਆ ਲੇਖ ਮਿਟਾ ਬੇਲੀ, ਗਰੀ ਆਈ ਪਹੁੰਚੀ ਹੋਨਨ ਆਸ਼ਕਾਂ ਦੀ, ਦਿਵੇ ਮਾਂ ਨੂੰ ਬਾਤ ਸੁਣਾ ਬੇਲੀ, ਇਸ ਦੀ ਮਾਂ ਵੀ ਮਾਰ ਨਾਲ ਲੋੜਦੀ ਸੀ, ਦਿੱਤੀ ਆਸ ਖੁਦਾ ਪਹੁੰਚਾ ਬੇਲੀ, ਆਈ ਕਹਿਰ ਤੇ ਗਜ਼ਬ ਦੀ ਰਾਤ ਮੁੜ ਕੇ, ਕਾਲਾ ਮਾਤਮੀ ਵੇਸ ਵਟਾ ਬੇਲੀ, ਅੱਧੀ ਰਾਤ ਟੁੜੀ ਸੁਣੀ ਯਾਰ ਵੇਲੇ, ਗਈ ਪੈਰ ਫਕੀਰ ਮਨਾ ਬੇਲੀ, ਇੱਕ ਰਾਤ ਨੇਰੀ ਵੱਗੇ ਵਾਹ ਦੂਜੀ, ਪੱਟ ਸੱਠ ਦੀ ਰੱਖ ਉਠਾ ਬੇਲੀ, ਬਿਜਲੀ ਬਦਲਾ ਥੀ ਕੜਕ ਮਾਰ ਪੈਂਦੀ, ਦਿੰਦੀ ਤਬਕ ਜ਼ਮੀਨ ਹਲਾ ਬੇਲੀ, ਅਜਲ ਪਈ ਪੁਕਾਰਦੀ ਸੋੜੀ ਨੂੰ, ਮੱਥੇ ਆ ਬੇਲੀ, ਮੱਥੇ ਆ ਬੇਲੀ, ਜੂ ਜੂ ਸੋੜੀ ਨੂੰ ਸੱਦ ਪੈਣ ਯਾਰੋ, ਤੂੰ ਆਉਂਦੀ ਪੈਰ ਉਠਾ ਬੇਲੀ, ਦੇਵੇ ਵਾਂਗ ਇਸ ਜੁੰਡ ਕਰੇਰ ਦਸਲ, ਦੇੜ ਰਤ ਸਰੀਰ ਸਕਾ ਬੇਲੀ, गल चार चुफेरे आवाज़ कर दे, होर लख करोड़ बला बेली, इस रात हजार आफात आई, खोल मुँह बैठे अजदहा बेली, पैरी चुब्बड़ सूला सूला वालड़ी नू, आही जान खैर दी धा बेली, ओढ़क जाग मुसीबतां जाई पहुंची, जिथे आमदी गड़ा टका बेली, ओनू बूटियां थी गड़ा चाई लेंदी, करके याद रसूल खुदा बेली, गड़ा पकड़ने थी कच्चा नजर आए, रो रो कूकदी गत कहा बेली, एवें पई पुकार दी रब अगे, जिवें साहबा तुद रजा बेली, मेरा पक्कियों कीताई चा कच्चा, केड़ा दे तकदीर मटा बेली, जेकर आप रखे मारे कौन साइया, मोई होई नू दे जिया बेली, कई लख अंतारवा डुबदियां नू, देवे फजल थी पार लंघा बेली, जेकर मरा तां इश्क नू लाज लगदी, जेकर मुड़ा तां इश्क नू लाज लगदी, मुड़न आशका नहीं रवा बेली, यारां वालियां अज मज उत्ते मड़िया दीन ईमान थी जा बेली, जेकर पिछा जावा झूठी यार वलू, पिछा जान दे विच खता बेली, जेकर संग रखी कि कर संग मलसा, संग वालड़े संग गवा बेली, पिछा मुड़ना कहा जेकर पैर मोड़ा, जला दोजहा मिली सजा बेली, पिछा मुड़न कहा जेकर पिछा मुड़न कहा जेकर पैर मोड़ा, जला दोज़ही मिले सजा बेली, सुड़ी तां होवा जेकर
अज मिलसा नहीं कोजड़ी नाम दरा बेली मैथू किवें ना मोल कज़ा होसी मैथू किवें ना मूल कज़ा होसी जो कुछ आई आ लेख लिखा बेली जेकर पछाणना मुड़ा काफर होई मरा दोज़ख कुल कफार दी जा बेली महिवाल ताई काबा जाननिया में महिवाल तई काबा जानिया मैं महिवाल तई तैं काबा जानिया मैं केड़ा काबियू मुख भवा बेली सच्चा इश्का ताई जेकर अज मिलसा सच्चा इश्का ताही जेकर अज मिलसा दिया जान नू गोल गुमा बेली अके यार दा जा दीदार कीता अके जान हो गई फिदा बेली बाज यार दिलदार गुबार दसे महिवाल दा है मैनू चा बेली गड़ा पकड़ के हो रवान टुरी नाल सिदक यकीन सफा बेली एक यार दा प्यार दरकार जाता चली गैर दी प्रीत चका बेली सुनी जाई पहुंची अपड़ कंडड़े दे मुँह मंगदी खड़ी दुआ बेली सर ते बन वाहल कलमा याद कीता टुरी यार दा नै लुका बेली फजल जान के जान वन जान आशक मड़ दे इश्क नू लाज ना ला बेली मुड़दे इश्क नू लाज न ला बेली फजल जान के जान वन जान आशक फजल जान के जान वन जान आशक मुड़दे आशका नू लाज न ला बेली। अल्लाह ताला हमें आसानियत अता फरमाए और आसानियत तकसीम करने का शरफ अता फरमाए और अल्लाह ताला हमें बुजुर्गान दीन की सिफ़ात को अपनाने और उजागर करने और मुज़य्यन करने का शरफ और मर्तबा और मुकाम और शान अता फरमाए। नूर वाले नूर वाले नूर वाले।